ਮੰਨਦੇ ਹਾਂ, ਪਰ ਕਮਾਉਂਦਾ ਵਿਰਲਾ ਹੀ ਹੈ। ਤੇ ਗੁਰਮੁਖ ਪਿਆਰਿਓ, ਜਿੰਨਾ ਚਿਰ ਅਸੀਂ ਸਤਿਗੁਰੂ ਜੀ ਦੇ ਵਚਨ ਦੀ ਕਮਾਈ ਨਾ ਕੀਤੀ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਚਿਰ ਖੇਡ ਨਹੀਂ ਬਣਦੇ। ਇੱਥੇ ਕਹਿ ਕੇ ਨਹੀਂ ਗੱਲ ਸਮਾਪਤ ਹੋ ਜਾਣੀ ਕਿ ਸੰਸਾਰ ਦਾ ਖੇਲ ਹੈ ਜੰਮਣਾ ਤੇ ਮਰਨਾ। ਸਤਿਗੁਰੂ ਜੀ ਦੇ ਵਚਨ ਪੜ੍ਹਦੇ ਤੇ ਸੁਣਦੇ ਹਾਂ। ਆਵਣ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਹੁਣ ਕੀ ਭਾਵ ਸੀ ਕਿ ਜਨਮ ਲਿਆ ਤੇ ਸੰਸਾਰ ਚ ਆ ਗਏ, ਇਸ ਤੋਂ ਬਾਅਦ ਮਰਨਾ, ਦੋ ਗੱਲਾਂ। ਇੱਥੇ ਆ ਕੇ ਇਸ ਗੱਲ ਦੀ ਸਮਾਪਤੀ ਨਹੀਂ। ਖੇਲ ਕੀ ਹੈ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਤੇ ਹੁਣ ਉਹ ਕੌਣ ਸਮਝਾਵੇਗਾ ਜੋ ਆਪ ਖੇਲ ਖੇਲਦਾ ਹੋਵੇ, ਦੂਸਰਾ ਨਹੀਂ। ਤੇ ਮਹਾਰਾਜ ਆਪਾਂ ਨੂੰ ਸਮਝਾ ਰਹੇ ਹਨ ਕਿ ਸੰਸਾਰ ਦਾ ਕੀ ਖੇਲ ਹੈ। ਮਹਾਰਾਜ ਸਮਝਾ ਰਹੇ ਹਨ ਕਿ ਸੰਸਾਰ ਦਾ ਖੇਲ ਤਿੰਨਾਂ ਗੁਣਾਂ ਤੇ ਚੱਲ ਰਿਹਾ ਹੈ। ਰਜਗੁਣ, ਤਮਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਰਜਗੁਣ, ਸਤਗੁਣ, ਤਮਗੁਣ, ਧਿਆਨ ਨਾਲ ਸਰਵਣ ਕਰਨਾ ਜੀ, ਕਿਉਂਕਿ ਖੇਲ ਆਵੇਗਾ ਤੇ ਤਾਂ ਹੀ ਖੇਲਾਂਗੇ ਨਾ। ਜੇ ਖੇਲਦਾ ਨਹੀਂ ਪਤਾ ਤੇ ਖੇਲਾਂਗੇ ਕੀ। ਇਸ ਕਰਕੇ ਆਪਾਂ ਸਤਿਗੁਰੂ ਜੀ ਦੇ ਵਚਨ ਵੀ ਪੜ੍ਹਦੇ ਆ ਰਹੇ ਸਾਂ। ਭਵਜਲ ਵਿਖਮ ਸਿਗਾ ਗੁਰ ਸ਼ਬਦੀ ਪਾਰ ਪਾਏ। ਪਰ ਕਦੀ ਆਪਾਂ ਬਾਬਾ ਜੀ ਦੇ ਵਜ਼ੀਰ ਪਾਸੋਂ ਪੁੱਛਿਆ ਨਹੀਂ ਵੀ ਦੱਸੋ ਜੀ ਉਹ ਭਵਜਲ ਭਵ ਸਾਗਰ ਕਿਹੜਾ ਹੈ? ਉਹ ਕਿਹੜਾ ਗੁਰੂ ਦਾ ਸ਼ਬਦ ਹੈ ਜਿਸ ਦੁਆਰਾ ਪਾਰ ਲੰਘਣਾ ਹੈ? ਫਿਰ ਪੜ੍ਹਦੇ ਸਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਇਹ ਵੀ ਨਹੀਂ ਕਦੀ ਪੁੱਛਿਆ ਵੀ ਦੱਸੋ ਜੀ ਇਹ ਵਾਹਿਗੁਰੂ ਦਾ ਨਾਮ ਰੂਪੀ ਜਹਾਜ਼ ਕਿਹੜਾ ਹੈ, ਇਸ ਦੇ ਉੱਪਰ ਸਵਾਰ ਕਿਸ ਤਰ੍ਹਾਂ ਹੋਣਾ ਹੈ ਤੇ ਪਾਰ ਕਿੱਦਾਂ ਜਾਣਾ ਹੈ? ਕਦੀ ਪੁੱਛਿਆ। ਸਾਡੇ ਜੀਵਨ ਦੀ ਰੂਪਰੇਖਾ ਕੀ ਬਣੀ ਰਹੀ? ਗੁਰੂ ਘਰ ਆਏ, ਗੁਰੂ ਦੀਆਂ ਦੇਗਾਂ ਛਕੀਆਂ, ਗੁਰੂ ਕੇ ਲੰਗਰ ਛਕੇ ਤੇ ਵਾਪਸ ਚਲੇ ਗਏ। ਇਸ ਤੋਂ ਅੱਗੇ ਕੁਛ ਨਹੀਂ। ਆਪਣੇ ਆਪ ਨੂੰ ਜਾਤਾਂ ਪਾਤਾਂ ਵਿੱਚ ਵੰਡ ਲਿਆ ਵੀ ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ। ਜਾਤਾਂ ਪਾਤਾਂ ਧਰਮਾਂ ਦੇ ਵਿੱਚ ਵੰਡ ਲਿਆ। ਜਦ ਕਿ ਮਹਾਰਾਜ ਆਪਾਂ ਨੂੰ ਵਾਰ-ਵਾਰ ਗੁਰਬਾਣੀ ਵਿੱਚ ਸਮਝਾ ਰਹੇ ਹਨ, ਸੱਚ ਸਭਨਾ ਕਾ ਖਸਮ ਹੈ। ਇਹ ਨਹੀਂ ਮੰਨਦੇ ਆਪਾਂ। ਮਹਾਰਾਜ ਆਪਾਂ ਨੂੰ ਸਮਝਾ ਰਹੇ ਹਨ, ਮਾਨਸ ਕੀ ਜਾਤ ਸਭੇ ਏਕ ਹੈ ਪਹਿਚਾਨ। ਮਹਾਰਾਜ ਸਮਝਾ ਰਹੇ ਹਨ, ਸਭੇ ਸਾਂਝੀ ਵਾਲ ਸਦਾਈ ਕੋਈ ਨਾ ਦਿਸੇ ਬਾਹਰ ਆਡੀਓ। ਤੁਸੀਂ ਸਾਰੇ ਭੈਣ ਭਰਾ ਹੋ, ਮਾਨਸ ਜਾਤ ਸਾਰੀ। ਕੱਲੀ ਆਪਾਂ ਇੱਥੇ ਦੀ ਗੱਲ ਨਹੀਂ ਕਰ ਰਹੇ, ਸਤਿਗੁਰੂ ਜੀ ਪਾਸੋਂ ਸਾਰੇ ਸੰਸਾਰ ਦੀ, ਸਾਰੀ ਮਾਨਸ ਦੀ ਗੱਲ ਹੋ ਰਹੀ। ਤੇ ਮਹਾਰਾਜ ਸਮਝਾ ਰਹੇ ਹਨ, ਅੱਬਲ ਅੱਲਾ ਨੂਰ ਅਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਰੇ। ਹੁਣ ਮਹਾਰਾਜ ਤੇ ਆਪਾਂ ਨੂੰ ਦੱਸ ਰਹੇ ਹਨ ਕਿ ਆਪਣਾ ਮਾਤਾ ਪਿਤਾ ਸਾਰਿਆਂ ਦਾ ਇੱਕ ਹੈ। ਤੇ ਰੋਜ਼ ਸੰਮੁਖ ਹੋ ਕੇ ਸਤਿਗੁਰੂ ਜੀ ਦੇ ਕੀ ਪੜ੍ਹਦੇ ਹਨ? ਤੂੰ ਮਾਤ ਪਿਤਾ ਹਮ ਬਾਰਕ ਤੇਰੇ। ਤੇ ਬਾਹਰ ਆਣ ਕੇ ਲੜਨਾ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪੜ੍ਹਿਆ ਕਿ ਤੂੰ ਸਾਡਾ ਮਾਤਾ ਪਿਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਾਖਤ ਸਤਿਗੁਰੂ ਮੰਨਦਿਆਂ ਹੋਇਆ ਤੇ ਕਿਸ ਨੂੰ ਧਿਆਇਆ? ਮਾਲਕ ਨੂੰ, ਕਿ ਤੂੰ ਸਾਡਾ ਮਾਤਾ ਪਿਤਾ ਹੈ। ਤੇ ਬਾਹਰ ਆਣ ਕੇ ਲੜਨਾ ਸ਼ੁਰੂ ਕਰ ਦਿੱਤਾ ਕਿ ਮੈਂ ਮੁਸਲਮਾਨ, ਮੈਂ ਸਿੱਖ, ਈਸਾਈ ਹੈ, ਹਿੰਦੂ। ਤੇ ਮਹਾਰਾਜ ਆਪਾਂ ਨੂੰ ਸਮਝਾ ਰਹੇ ਹਨ ਕਿ ਤੁਸੀਂ ਸਾਰੇ ਭੈਣ ਭਰਾ ਹੋ। ਝਗੜਾ ਕਾਹਦਾ ਹੈ? ਮਹਾਰਾਜ ਪਾਸੋਂ ਬੇਨਤੀ ਕਰਕੇ ਪੁੱਛਦੇ ਹਾਂ, ਸਤਿਗੁਰੂ ਜੀ ਕਿਰਪਾ ਕਰੋ ਸਮਝਾਓ ਇਹ ਝਗੜਾ ਕਾਹਦਾ ਹੈ? ਫਿਰ ਸਮਝਾ ਰਹੇ ਹਨ ਕਿ ਝਗੜਾ ਹੈ ਪੰਜਾਂ ਦੂਤਾਂ ਦਾ। ਉਹ ਕਿਹੜੇ ਦੂਤ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਮਹਾਰਾਜ ਸਮਝਾ ਰਹੇ ਹਨ
ਇਹਨਾਂ ਨੇ ਕੀ ਕੀਤਾ ਪੰਜਾਂ ਦੂਤਾਂ ਨੇ ਕਿ ਆਪਾਂ ਨੂੰ ਧੜਿਆਂ ਵਿੱਚ ਵੰਡ ਦਿੱਤਾ। ਪਤੀ ਪਤਨੀ ਦਾ ਧੜਾ ਬਣਾ ਦਿੱਤਾ, ਭਰਾ ਭਰਾ ਦਾ ਧੜਾ ਬਣਾਤਾ, ਪਿਓ ਪੁੱਤ ਦਾ ਧੜਾ ਬਣਾ ਦਿੱਤਾ, ਸਹੁਰੇ ਜਵਾਈ ਦਾ ਧੜਾ ਬਣਾ ਦਿੱਤਾ ਤੇ ਧੜਿਆਂ 'ਚ ਵੰਡ ਕੇ ਲੜਾਉਣਾ ਸ਼ੁਰੂ ਕਰ ਦਿੱਤਾ। ਮਹਾਰਾਜ ਸਮਝਾ ਰਹੇ ਕਲ ਮੇ ਧੜੇ ਪੰਜ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਕਲਯੁਗ ਦੇ ਵਿੱਚ ਧੜੇ ਬਣਾ ਦਿੱਤੇ ਤੇ ਲੜਾਉਣਾ ਸ਼ੁਰੂ ਕਰ ਦਿੱਤਾ। ਤੇ ਮਹਾਰਾਜ ਸਮਝਾ ਰਹੇ ਹਨ ਕਿ ਤੁਸੀਂ ਕਿਤੇ ਧੜਿਆਂ ਵਿੱਚ ਨਾ ਵੰਡੇ ਜਾਇਓ, ਬਚ ਜਾਇਓ। ਹੁਣ ਲੜਾਈ ਹੋ ਰਹੀ ਹੈ ਕਿ ਇਹ ਮੋਨਾ ਹੈ, ਇਹ ਸਰਦਾਰ ਹੈ, ਸਿੱਖ ਹੈ, ਇਹ ਮੁਸਲਮਾਨ ਹੈ, ਇਹ ਹਿੰਦੂ ਹੈ, ਧਰਮਾਂ ਕਰਕੇ। ਤੇ ਮਹਾਰਾਜ ਆਪਾਂ ਨੂੰ ਸਮਝਾ ਰਹੇ ਹਨ ਕਿ ਬਾਹਰੀ ਗੱਲ ਤੁਸੀਂ ਲੜ ਰਹੇ ਹੋ ਕਿ ਇਹ ਮੋਨਾ ਹੈ, ਸਰਦਾਰ ਹੈ, ਤਾਂ ਤੇ ਜਦੋਂ ਘਰ ਦੇ ਵਿੱਚ ਲੜਾਈ ਹੁੰਦੀ ਹੈ ਪਤੀ ਪਤਨੀ ਦੀ, ਭਰਾ ਭਰਾ ਦੀ, ਉੱਥੇ ਤੇ ਮੋਨਾ ਸਰਦਾਰ ਦੀ ਗੱਲ ਨਹੀਂ ਨਾ ਹੈ। ਉੱਥੇ ਆਪਾਂ ਵੇਖਦੇ ਹਾਂ ਕਿ ਪਿਓ ਪੁੱਤ ਭਰਾ ਭਰਾ ਵੱਡੇ ਜਾਂਦੇ, ਲੜਾਈਆਂ ਹੋ ਜਾਂਦੀਆਂ, ਬਟਵਾਰੇ ਹੋ ਜਾਂਦੇ। ਤੇ ਹੁਣ ਬਾਬਾ ਜੀ ਪਾਸੋਂ ਬੇਨਤੀ ਕਰਕੇ ਪੁੱਛਦੇ ਹਾਂ ਕਿ ਸਤਿਗੁਰੂ ਜੀ ਕਿਰਪਾ ਕਰੋ, ਦੱਸੋ ਕਾਹਦਾ ਝਗੜਾ। ਤੇ ਮਹਾਰਾਜ ਸਮਝਾ ਰਹੇ ਕਹਿਤ ਕਬੀਰ ਪੰਚੋਂ ਕਾ ਝਗੜਾ, ਝਗੜਤ ਜਨਮ ਗਵਾਇਆ। ਕਹਿੰਦੇ ਪੰਜਾਂ ਦਾ ਝਗੜਾ ਹੈ, ਕਿਤੇ ਜਨਮ ਹੀ ਨਾ ਗਵਾ ਕੇ ਬਹਿ ਜਾਏ। ਇਹ ਪੰਜ ਜਾਣੇ ਆਪਾਂ ਨੂੰ ਲੜਾਉਂਦੇ, ਇਹਨਾਂ ਤੋਂ ਬਚਣਾ ਤੇ ਬਚਣ ਦਾ ਕੀ ਤਰੀਕਾ ਹੈ ਮਹਾਰਾਜ ਸਮਝਾ ਰਹੇ ਕਿ ਹਰ ਵੇਲੇ ਆਪਾਂ ਉਸ ਮਾਲਕ ਨੂੰ ਚੇਤੇ ਰੱਖਣਾ, ਉਸ ਸੱਚ ਨੂੰ ਚੇਤੇ ਰੱਖਣਾ। ਤੇ ਚੇਤੇ ਤਾਂ ਰੱਖਾਂਗੇ ਜੇ ਆਪਣੇ ਕੋਲ ਵਿਧੀ ਤਰੀਕਾ ਚੁਕਤੀ ਹੋਵੇ। ਮਹਾਰਾਜ ਦਾ ਫਰਮਾਨ ਹੈ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਜੁਗਤੀ, ਜੁਗਤੀ ਤੋਂ ਬਗੈਰ ਹਨੇਰਾ ਹੀ ਹੈ ਤੇ ਗੁਰੂ ਤੋਂ ਬਗੈਰ ਸਮਝ ਨਹੀਂ ਆ ਸਕਦੀ। ਮਹਾਰਾਜ ਸਮਝਾ ਰਹੇ ਕਿ ਗੁਰੂ ਦੀ ਕੀ ਡਿਊਟੀ ਹੈ ਤੇ ਸੰਤ ਦੀ ਕੀ ਡਿਊਟੀ ਹੈ। ਸੰਤ ਦੀ ਡਿਊਟੀ ਹੈ ਕਿ ਆਪਾਂ ਪ੍ਰਾਣੀ ਜੀਵਾਂ ਨੂੰ ਉਸ ਪਰਮ ਪਿਤਾ ਪਰਮੇਸ਼ਰ ਦੀ ਜੋ ਆਵਾਜ਼ ਹੈ, ਹਰੀ ਪਰਮੇਸ਼ਰ ਦੀ ਜੋ ਆਵਾਜ਼ ਹੈ, ਜਿਸ ਨੂੰ ਅਨਹਦ ਬਾਣੀ ਕਿਹਾ ਹੈ, ਉਸ ਨਾਲ ਜੋੜਨਾ, ਉਸ ਤੱਕ ਪਹੁੰਚਣ ਦਾ ਮਾਰਗ ਦਰਸ਼ਨ ਕਰਾਉਣਾ, ਇਹ ਸੰਤਾਂ ਦੀ ਡਿਊਟੀ। ਸੰਤਾਂ ਦੇ ਕੋਲ ਇਹ ਪਹਿਲੀ ਕੁੰਜੀ ਹੈ। ਮਹਾਰਾਜ ਸਮਝਾ ਰਿਹਾ ਅਨਹਦ ਬਾਣੀ ਕੁੰਜੀ, ਸੰਤਨ ਹੱਥ ਰਾਖੀ ਕੁੰਜੀ। ਸੰਤ ਭੇਜ ਦਿੰਦੇ ਨੇ ਕਿ ਅਸੀਂ ਕਿਸ ਤਰ੍ਹਾਂ ਅਨਹਦ ਬਾਣੀ ਤੱਕ ਪਹੁੰਚਣਾ। ਜਦੋਂ ਪਹੁੰਚ ਜਾਂਦੇ ਹਾਂ ਤੇ ਫਿਰ ਗੁਰੂ ਪਾਸ ਲੈ ਕੇ ਪਹੁੰਚਦੇ ਹਾਂ। ਤੇ ਗੁਰੂ ਕੀ ਕਰਦਾ ਹੈ ਮਹਾਰਾਜ ਪਾਸੋਂ ਬੇਨਤੀ ਕਰਕੇ ਪੁੱਛਦੇ ਹਾਂ ਤੇ ਸਤਿਗੁਰੂ ਜੀ ਸਮਝਾ ਰਹੇ ਹਨ ਸੋ ਗੁਰ ਕਰੋ ਜੋ ਸੱਚ ਦਰੜਾਏ, ਅਕਥ ਕਥਾਏ ਸ਼ਬਦ ਮੜਾ। ਕਹਿੰਦੇ ਐਸਾ ਗੁਰੂ ਕਰੋ ਜੋ ਸੱਚ ਦਿਖਾ ਦੇਵੇ ਕਿ ਆ ਮਾਲਕ ਹੈ ਸਾਹਮਣੇ। ਅਕਥ ਕਥਾਏ, ਅਕਥ ਦਾ ਭੇਦ ਦੇ ਦੇਵੇ ਕਿ ਅਸੀਂ ਪੁਰਾਣੀ ਜੀਵ ਕਿਸ ਤਰ੍ਹਾਂ ਇਸ ਤੋਂ ਵਿਛੜੇ ਹਾਂ ਤੇ ਕਿੱਦਾਂ ਮਲਾਪ ਹੋਣਾ। ਸ਼ਬਦ ਮੜਾਏ, ਸ਼ਬਦ ਹੁੰਦੀ ਹੈ ਆਵਾਜ਼। ਜਿਸ ਤਰ੍ਹਾਂ ਆਪਾਂ ਗੱਲਾਂ ਪਏ ਕਰਦੇ ਹਾਂ ਤੇ ਇੱਕ ਦੂਸਰੇ ਨੂੰ ਆਖੀਦਾ ਦੱਸਿਓ ਜੀ ਕੀ ਸ਼ਬਦ ਬੋਲਿਆ। ਇਸ ਤਰ੍ਹਾਂ ਮਹਾਰਾਜ ਸਮਝਾ ਰਹੇ ਹਨ ਕਿ ਐਸਾ ਗੁਰੂ ਕਰੋ ਜੋ ਸੱਚ ਸਾਹਮਣੇ ਦਿਖਾ ਦੇਵੇ ਤੇ ਅਕਥ ਕਥਾ, ਅਸੀਂ ਕਿਸ ਤਰ੍ਹਾਂ ਇਸ ਤੋਂ ਵਿਛੜੇ ਹਾਂ, ਭੇਦ ਦੇ ਦੇਵੇ ਤੇ ਸ਼ਬਦ ਮਲਾਏ, ਪਰਮੇਸ਼ਰ ਦੀ ਆਵਾਜ਼ ਇਹਨਾਂ ਕੰਨਾਂ 'ਚ ਪਵਾ ਦੇਵੇ। ਤੇ ਮਹਾਰਾਜ ਸਮਝਾ ਰਹੇ ਹਨ ਕਿ ਗੁਰੂ ਦੀ ਇਹ ਡਿਊਟੀ ਕੀ ਕਰਦੇ ਨੇ। ਦੂਸਰੀ ਕੁੰਜੀ ਗੁਰੂ ਪਾਸ ਹੈ। ਗੁਰ ਕੁੰਜੀ ਪਾਪੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਕੜੇ ਅਵਰ ਨਾ ਕੁੰਜੀ ਹੱਥ। ਗੁਰੂ ਤੋਂ ਬਗੈਰ ਇਹ ਭੇਦ ਨਹੀਂ ਆ ਸਕਦਾ। ਫਿਰ ਗੁਰੂ ਆਪਣੇ ਤੇ ਕਿਰਪਾ ਕਰਕੇ ਇਹ ਭਰਮ ਦਾ ਪਰਦਾ ਪਰੇ ਕਰ ਦਿੰਦਾ ਹੈ ਜੋ ਆਪਾਂ ਤਿਆਰ ਕੀਤਾ। ਗੁਰੂ ਪਰੇ ਕਰਦਾ ਹੋਏ ਕਿਰਪਾਲ ਗੁਰ ਲਾਇਓ ਪਾਰ ਦੋ,
कहते किरपा करके उपर ही कर दिंदा। फिर की हुंदा है, ये मन फिर जागदा है ते वेखदा है सन्मुख अपने प्रीतम। होयो कृपाल गुर लायो पार दो, मिलियो लाल मन हरिया। मारे कहंदे फिर ये मन हरिया जिसनू सुनिया सी नेड़े, निकट सुनियो और भेख्यो नाही, परम परम दुख भरिया। दुखों च फसे सन, पेत नहीं सी ते गुरु ने कृपा करके दस दिता। गुरु की ड्यूटी है निज घर की जानकारी देनी। पढ़ते सा सतगुरु जी के बचन, निज घर महल पालो सुख सहज, बहु न होएगो तेरा। निज घर की जानकारी सतगुरु जी दे रहे हैं ते गुरु की दस रहा है। गुरु समझा रहा है कि जदों असी निज घर में चले जावांगे, आना जाना खत्म हो जाएगा। फिर महाराज समझा रहे हैं कि गुरु सतगुरु दे सन्मुख करता है, सन्मुख करके उपदेश देता है, जिहदे बारे सतगुरु जी फरमाते हैं, पूरे गुर का सुन उपदेश, पार ब्रह्म निकट कर कहते फिर दिखा दिंदा आ। ते फिर हुक्म लागू कर देंदे हम सतगुरु जी सन्मुख होते। की हुक्म लागू कर देंदे? सास सास सिमरो गोविंद, मन अंतर की उतरे चेते। कहते हुण भुल्ले ना, चेते रखे। इस गुरु की ड्यूटी है। गुरु आपां नूं सन्मुख करदा ते नाल खेल समझाउंदे संसार भी इस खेल नूं आपां खेलदियां होया किस तरह जितना। साडा सिर्फ प्यार किन्ना है इत्थे महाराज समझा रहे। जब लग तेल दिए मुख बाती, तन सूझे सब कोई। जिन्ना चिर इस विच स्वासा रूपी तेल है, उन्ना चिर साडा प्यार है। महाराज कहते तेल जड़े बाती ठहरानी, सोना मंदिर होई। कहते श्वास खत्म हो जाने ते ये सुनना हो जाना कर। रे बोरे तुहे घरी न राखे कोई। फिर एक सेकंड नहीं किसी ने रखना। यही विचारा होंदियां कि किन्ने बजे कढ़ना है, जल्दी ले चलो। ये सतगुरु जी आपां नूं समझा रहे कि अपना इन्ना चिर प्यार है। रे बोरे तू राम नाम जप सोई। कहते उन्होंने चेते कर। जे उसनू चेते कीता होवेगा ते फिर अपने वो सहाय होवे। महाराज ने परमेश्वर ने आपां नूं धन दे के भेजा है। वो जिहड़ा धन दे के भेजा है, जदों आपां ये शरीर छड्ड के जाना है, उसदा उसने हिसाब किताब लेना है। पर कदी असी सोचिया ही नहीं कि असी भी किते हिसाब किताब देना है, खर्ची जा रहे, क्योंकि भेत नहीं खेलदा। ते महाराज समझा रहे हैं कि जिस दिन श्वास खत्म होए ते आन के जमां ने परवाना रखना। जम आउंदे ने महाराज गुरबाणी विच फरमाया, अमल सरानो लेखा देना, आए कठन दूत जम लेना। क्या है खटिया कहाँ गवाया, चलो सताब दीवान गलाया। महाराज समझा रहे हैं कि फिर वो कहते हैं कि चल उठ भी तेन बुलाया। फिर ये सुता है तिना गुणा विच, इसनू सामने कुछ नहीं दिखाई दे रहा ते जाम इसनू इशारा कर रहे हैं उठदा नहीं। जो नहीं उठदा ते फिर धर्मराज जामराज नूं हुक्म दिंदा है कि ये तिना गुणा च सुता है, इस दे सिर विच डंडा मारो। जदों गुरमुख प्यारे वो डंडा मारते हैं, फिर ये जागदा। महाराज गुरबाणी विच समझा, जम को दंड परयो सिर ऊपर, तब सोबत तै जाग्यो, कहाँ होत अब कै पछताए, छूटत नाहिं भाग्यो। जदों डंडा मारते है फिर तबक के उठता है, देखता है सामने जम खड़े। जदों जम खड़े है तो जमां नूं हुक्म है परमेश्वर दा सच दा
कि उन्ना चिर ने इस मन नूं फड़ना जिन्ना चिर इस शरीर दे विचों घर दे विचों बाहर नहीं आउंदा। ते ये की करदे हन, गठ खोलते हैं, जो श्वासां दी गठ अपनी नाभि ते दित्ती है धुनी ते जदों खोलते ने ते नाल ही हुक्म है, सतगुरु जी दस रहे हैं की हुक्म है, महाराज समझा रहे हैं। खुली गंढ उठो लिखिया आया राम, फिर परवाना दिखाते हैं ते नाल ही दूर चले जाते हैं। शब्द सुने तो दूरों भागे, मत मारे हर जीव बेपरवाह, दूर चले जाते हैं। दूर जाके फिर इसनों इशारा करते हैं भी आ रहा। हुण देखो परम पिता परमेश्वर सच नूं आपां याद नहीं कर रहे ते वो कितना वधिया है, वो कितना चंगा है, उसनूं आपां याद ही नहीं कर रहे। अखीर दे समय फिर वो देख रहा ये सारी खेल गगन दे विच बैठा दसम द्वार ते कि मेरा बच्चा जमा दे बस पै चलदा है। फिर आवाज मारदा है, मन परदेसी प्यारे मुड़े आओ करे, जानता ही नहीं, सुनता ही नहीं। हुण जे असी उसनूं चेते ना कीता, उसदी सियाण ना कीती भी वो आप किहो जिहा है, उसदी आवाज किहो जी है, ते आखिरी समय नहीं फिर पछाण सकते। जिस तरह दृष्टमान विच आपां वेखदे हां कि साडा संजोगी कोई बाहरों कुंडा खड़कावे ते आपां फट आख दिंदे हां कि बच्चा उठ देख तेरा पापा आया बाहरों, ओदी आवाज ही आई ना अपने तक्कर, ओदी फोटो तो नहीं आई। इसे तरह परम पिता परमेश्वर की आवाज नूं ना ते आपां पहचानदे हां कि किस तरह की है, ना उसनूं पहचानदे हां कि वो आप किहो जिहा। ते महाराज समझा रहे हैं कि फिर वो जो आवाज मारदा है ये फिर डर जाता है, क्योंकि आपां गल किहदी कर रहे हां, परमेश्वर की सच की, जिसनूं आख्या है बेअंत, जिसका कोई एंड नहीं, ਉਹਦੀ ਗੱਲ ਕਰ ਰਹੇ ਤੇ ਜਿਸ ਦਾ ਕੋਈ ਐਂਡ ਨਹੀਂ ਉਸਦੀ ਆਵਾਜ਼ ਵੀ ਬਹੁਤ ਵੱਡੀ ਹੈ। ਮਹਾਰਾਜ ਸਮਝਾ ਰਹੇ ਜਦੋਂ ਮਾਲਕ ਗਗਨ ਵਿੱਚ ਬੋਲਦਾ ਹੈ ਗੁਰ ਸ਼ਬਦੀ ਗੋਬਿੰਦ ਗਜਿਆ, ਕਹਿੰਦੇ ਫਿਰ ਉਹ ਇਸ ਤਰ੍ਹਾਂ ਬੋਲਦਾ ਹੈ ਕਿ ਇਹ ਸ਼ਬਦ ਉੜ ਗਿਆ ਹੈ, ਲੱਗਦਾ ਹੈ ਜਿਸ ਤਰ੍ਹਾਂ ਇਹ ਖੋਪਰੀ ਉੜ ਗਈ, ਇਹ ਡਰ ਜਾਂਦਾ ਹੈ। ਜਦੋਂ ਇਹ ਮਨ ਡਰ ਜਾਂਦਾ ਹੈ ਤੇ ਬਾਹਰ ਨਿਕਲਦਾ ਹੈ ਤੇ ਬਾਹਰ ਜੰਮ ਖੜੇ ਹੈ, ਗਲ ਵਿੱਚ ਸੰਗਲ ਪਾ ਲੈਂਦਾ। ਮਹਾਰਾਜ ਦਾ ਫਰਮਾਨ, ਜਦੋਂ ਸੰਗਲ ਪਾਉਂਦੇ ਹਨ ਤੇ ਕੌਣ ਨੇ ਪਹਿਲਾਂ ਇਹਨਾਂ ਨਾਲ ਆਪਾਂ ਪਿਆਰ ਕਰਦੇ ਹਨ, ਜਿਹੜੇ ਪੰਜ ਨੇ ਚੋਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਅਖੀਰ ਤੇ ਇਹੀ ਜੰਮ ਬਣਦੇ, ਵਰਦੀ ਚੇਂਜ ਕਰ ਲੈਂਦੇ। ਇਹ ਜੰਮ ਬਣ ਜਾਂਦੇ ਨੇ। ਜਿਹੜਾ क्रोध है, लोभ, मोह, हंकार है, इन्हां दे विचों लोभ पैरां विच बेड़ियां पाउंदा है, मोह गल विच फाई पाउंदा है ते कुटना शुरू कर दिंदे ने जे साडे कोल नाम नहीं। महाराज गुरबाणी विच समझा रहे, नाम बिना नहीं ठार, नाम रतन परवान, पत मत कोई पूरा परवान। कहते फिर इज्जत बननी सी जे साडे कोल नाम होंदा, नहीं ते इस शरीर विचों निकलदियां ही कुटना शुरू कर दिंदे हन। महाराज समझा रहे, नामहीन गए मूड़ नंगा, पच पच मूए विख देख पतंगा, दूतां नूं फरमाया लै चले पत गवाए जीओ। कहते फिर कुटना शुरू कर दिंदे महाराज दे वचन। कहते जो कुटते हैं तो इन्ने चिर विच ये जिहड़ा साडा शरीर है काया, ये पंजां तत्तां दा बनिया है ते पंज तत्त नाम विच परोए ने। जिस तरह नाम इस शरीर नूं छड्डदा है, ये तत्त एक दूसरे उपर डिगदे हैं। जदों ये डिगदे हैं उत्थे नदी बनदी है, बिमल नदी, अग नदी, अग दी नदी, जिस विचों उस मनमुख नूं कढिया जांदा है जिस दे कोल नाम धन नहीं। महाराज समझा रहे, महाराज समझा रहे हैं कि उस नदी नूं देखदा है ते रोंदा है। ते महाराज फरमाउंदे हैं, आगे बिमल नदी, अगन विख चेला, तिथे अवर न कोई जियो अकेला,
पढ़ पढ़ अगन सागर दे लहरी पढ़ तजे मनमुख ताई है। कहते फिर उस मनमुख नूं इस अगन दे विचों कढ़िया जांदा। उत्थे फिर ये रोंदा है, करलाउंदा है, धाहां मारदा है कि मैनू बचाओ, किसी होर रस्ते ले चलो, इस अग वाले रस्ते विचों मेरे को नहीं निकलिया जाता। ते गुरमुखो फिर उथे की कहंदा है ये मन, ते मन नूं वो जम की कहंदे हन कि दो ही रस्ते सी। पहला सी परमेश्वर नूं जाण वाला ते दूसरा साडे तक पहुंचण वाला जमा तक। ते कहंदे तू वो रस्ता अपनाया जिहड़ा साडे तक आउंदा सी, जमा वाला रस्ता। दो ही रस्ते सी, लिव दा ते दूसरा धात दा। सारी उम्र कहंदे तू धात दे रस्ते ते चलदा रहा, इस रस्ते तो तेनू लंघना पैना है। कुटदे हैं, मारदे, खिचदे हैं। जदों खिचदे हन ते फिर रोंदा है कि आ मेरे संजोगी ने, इन्हां नूं मैनू आवाज मार लैण दिओ, हो सकदा मेरी मदद कर देण। ते आपां रोंदे हां, वो डैड बॉडी लाश पई है, असीं रोई जांदे हां कि साडा मर गया। इदां ही करदे आपां। ते वो रोंदा है कि मैनू जमा ने फड़ लिया है, बचाओ। जे हुण सानू वो दिखे ते असीं महाराज अगे बेनती करके छड़ा लईए कि महाराज साडा संजोगी जमा ने फड़ लिया, छड़ दे। पर वो ते वेख ही नहीं रहा। ते महाराज समझा रहे हैं कि वो की पिया कहंदा है। जमा नूं कहंदा है कि मैनू बेनती कर लैण दो, हो सकदा कोई सहाय हो जाए। ते जम कहंदे इन्हां ने नहीं तेरा साथ देना, कर लै बेनती। महाराज गुरबाणी में समझाया, कबीर हर का सिमरन छाड़ के पालियो बहुत कटाओ, धंधा करता रह गया भाई रहा ना बंद। कहंदे कोई नहीं साथ दिंदा, वो भी गल्लां करदे साडा संजोगी चंगा ही मर गया, देख नहीं रहा। फिर उसनूं खिचदे हन कि तेरा साथ किसी ने नहीं देना। जदों खिचदे हन ते फिर उन्हां नूं बेनती करदा कि ओ पिछे मेरे मित्र बैठे ने, भाइयों तो वध के मैं उन्हां नूं प्यार करदा सां, उन्हां नूं बेनती कर लैण दिओ, हो सकदा मेरे मित्र ही मेरा साथ देण, मैनूं छुड़ा लैण तुहाडे तों। ते फिर बेनती करदा है। महाराज फरमाउंदे हैं, कबीर दीन गवाया धनी सिंह, तुणी न चाली साथ, पाए कुहाड़ा मारिया काफले अपने हाथ। वो भी गल्लां पे करदे ने कि साडा मित्र सी, चंगा सी, मर गया। हुण उन्हां नूं नहीं दिखदा भी वो ते जमा ने फड़िया। इन्ने समय विच फिर उसनूं खिचदे ने ते अगन दे विचों वजांदे ने, ते नाल फिर बेनती करदा है कि मैं दान पुण्य बहुत करदा रहा, मेरे पासों वो लै दो, इस रस्ते तो ना जाओ। ते जम आखदे ने जो तू दान पुण्य कर रहा सी, वो ते एक चिकड़ दी न्याई सी, वो इत्थे नहीं चलना, तेनू इसे रस्ते ते जाना पैना है। दान पुण्य बारे जाके तू धर्म राज नूं दसे। महाराज गुरबाणी में समझा, दान पुण्य जो बीज दे, सब धर्म राज कै जाए। इन्ने समय विच ये पंजां तत्तां नूं फिर नाम छड्ड जांदा है, इस सच च समा जांदा। ते फिर ये पूरे पंज तत्त जदों मिलदे ने, पहला छोटी अगन दी नदी बनदी है, ते फिर समुंदर बन जांदा है अग दा। जदों देखदा है कि कोई किनारा ही नहीं नजर आ रहा, ते फिर उत्थे रोंदा ते करलाउंदा ते फिर मिन्नतां करदा कि मैं तीर्थां ते बहुत जांदा सां, मेरे कोल ओह लै लओ। वो कहंदे अज पता लगना है कि तू किन्ना क शाहूकार सी ते किन्ने क तीर्थां ते जांदा सी। ते महाराज गुरबाणी विच समझा रहे हन कि किस तरह तीर्थां ते जांदा सी। अंदरों झूठे पैर, बाहर दुनिया अंदर फैल, 8-7 तीर्थ जे नावे उतरे नाही मैं। कहंदे इस तरीके नाल जांदा सी। इस करके तेनों कहंदे हुण इत्थों लंघना पैना है, ते पता लगेगा कि किन्ना क शाहूकार है ते बादशाह। महाराज गुरबाणी में समझाते, जिथे साहिर लंघना अगन पानी असगा,
कंधी दिस न आवे धाई पवे कहा, नानक उथे जानिए शाह के पातशाह। कहते उथे पछाणे जाते कि किहड़े शाहूकार ने ते किहड़े पातशाह। ते फिर इस नूं खिच के अगन दे विचों कढ़दिया होया सानू करदे ने धर्मराज। जदों धर्मराज दे सानू करदे जिथे इसदा हिसाब किताब होना ते चार पंडा इस नूं चगा के लै जांदे ने जो इसने इकट्ठियां कीतियां, जो इसने सौदा खरीदिया है वो चार पंडा के रूप में इस नूं चगा के नाल लै जांदे। फिर धर्मराज नूं हुक्म हुंदा है इसदा हिसाब किताब करो। महाराज गुरबाणी में समझा रहे धर्मराज ने बरीकी विच हिसाब किताब करते हैं। नानक जी उपाय के लिख नामे धर्म बहालिया, उथे सच्चे ही सच निपड़े चुन कटे जजमालिया। थाम न पैन कुड़ियार मुंह काले दोजक चालिया, तेरे नाए रत्ते से जिन गए हार गए से ठगण वालिया। लिख नामे धर्म बहालिया। जदों बरीकी च हिसाब किताब हुंदा ते फिर महाराज आखदे हन धर्मराज नूं इस दियां पंडा खोलो, देखो किन्ने कस्वास इसने किस्थे जमा कराए। जदों पंडा खोलियां ते धर्मराज पढ़ के सुनांदा। महाराज फरमाउंदे दुख जमन दुख मरण दुख बर्तन संसार, दुख दुख अगे आखिए पढ़ पढ़ करे पकार। दोकियां पंडा खुलियां सुख ना निकले कोई, सुख निकले सारा दुख ही इकट्ठा करके ले गए। ते महाराज समझा रहे हैं कि किथे सुटदे इस नूं अगन दे विच। पापी का कर अग्ने माहे, जलत रहे उथे जड़ूगा। महाराज कहते मिटेगा, जलत रहे मिटवे कब नाहे। हर की भगत न देखे जाए, मार्ग छोड़ अमार्ग पाए। कहते भुलिया ही आ, होर ही रस्तियां ते चलदे आए। ते फिर अखीर ते इस मन नूं की सजा मिलती है। महाराज समझा रहे इस नूं चंचल कहा ते परम पिता परमेश्वर वो मिठा बोलदे ते सजा भी मिठास विच ही दिंदे। सुणदे हां सतगुरु जी दे वचन, मिठ बोलड़ा जी हर सज्जन स्वामी मोरा। वो मिठा बोलदा ते सजा भी मिठास विच ही दिंदे। महाराज समझा रहे मन चंचल बहुत चोटा खाए, इथों छुड़किया ठौर न पाए। गर्भ जून विष्टा का वास, तित कर मनमुख करे निवास। किथे सुटदे ने गर्भ जून दे विच। वो गर्भ दी जून जानवरां दी भी हो सकती है, औरतां दी भी हो सकती है। क्यों गर्भ जून दे विच सुटिया? क्योंकि भुलिया रहा कि जिथे मैं आया हां मरण लिखा के आया। मरण लिखाए मंडल में आए। जन्म पदार्थ दुविधा होवे, आप न चीनस परम परम रोवे। रोंदा है अखीर तो, क्योंकि जिसने नाल जाना सी उसकी संभाल नहीं की। साथ न चाले बिन भजन, विखिया शगली शार। हर हर नाम कमावना, नानक ए धन सार। जिसने सार लैनी सी उसनूं चेते नहीं कीता। निर्गुण यार इयाणिया, हुणे ही सतगुरु जी का बचन आपां सरवण कीता। निर्गुण यार इयाणिया, सो प्रभ सदा संभाल। जिन किया तिस जीत राख, नानक निभही नाल। क्योंकि खेल नूं नहीं समझे। गुरमुख प्यारिओ समा काफी हो चुका है, 2-4 मिनट लेने हैं। खेल समझा दिए, क्योंकि खेल आपां खेलनी है। खेल की है? तिन्ना गुणा की खेल है संसार ते, रजोगुण सतोगुण तमोगुण। इस दे विच आके साडा मन सौ गया। किस तरह सुता है? महाराज गुरबाणी में समझा रहे नैनो नींद पर दृष्ट विकार, सरवण सोए सुन निंद विचार। रसना सोई लोभ मीठे साध, मन सोया माया विसार। ते महाराज समझा रहे हैं कि तू कला नहीं सुता, सारा संसार सुता पिया। तिही गुणी संसार भरम सुता, सुत्या रहन बिहानी। जागे कौन ने? गुर किरपा ते से जन जागे, जिन्हां हर मन वसिया बोले अमृत बाणी। वो जागे ने
ਜਿਨ੍ਹਾਂ ਦੇ ਮਨ ਵਿੱਚ ਸੱਚ ਪਰਮੇਸ਼ਰ ਹਰੀ ਵਸ ਗਿਆ, ਬਾਕੀ ਸੁੱਤੇ। ਤੇ ਮਹਾਰਾਜ ਸਮਝਾ ਰਹੇ ਹਨ ਕਿ ਪਰਮ ਪਿਤਾ ਪਰਮੇਸ਼ਰ ਕਿਹੋ ਜਿਹਾ ਹੈ। ਮਹਾਰਾਜ ਦੇ ਵਚਨ